ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਇਸ ਸਮੇਂ ਰਾਜਾ ਭੀਮ ਚੰਦ ਨਾਲ ਉਸਦੇ ਸਹਾਇਕ ਇਹ ਰਾਜੇ ਸਨ ਰਾਜਾ ਰਾਮ ਸਿੰਘ ਜਸਵਾਲੀਆ, ਪ੍ਰਿਥੀ ਚੰਦ ਢੱਡਵਾਲੀਆ ਅਤੇ ਸੁਖਦੇਵ ਜਸਰੋਟੀਆ। ਗੁਰੂ ਜੀ ਇਹਨਾਂ ਦਾ ਹਵਾਲਾ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਦਿੰਦੇ ਨੇ। ਤਹਾਂ ਰਾਜ ਸਿੰਘ ਬਲੀ ਭੀਮ ਚੰਦ, ਚੜਿਓ ਰਾਮ ਸਿੰਘ ਮਹਾ ਤੇਜਵੰਦ। ਸੁਖਦੇਵ ਗਾਜੀ ਜਸਾਰੋਟ ਰਾਜ, ਚੜੇ ਕਰੋਧ ਕੀਨੇ ਕਰੇ ਸਰਬ ਕਾਜ। ਇਹਨਾਂ ਰਾਜਿਆਂ ਨਾਲ ਇਹਨਾਂ ਦੀ ਸੈਨਾ ਸਹਿਤ ਰਾਜਾ ਭੀਮ ਚੰਦ ਨਾਦੌਣ ਪਹੁੰਚ ਗਿਆ, ਜਿੱਥੇ ਰਾਜਾ ਕਿਰਪਾਲ ਚੰਦ ਅਲਫ ਖਾਂ ਦੀ ਸਹਾਇਤਾ ਵਾਸਤੇ ਇੱਕ ਪਹਾੜੀ ਉੱਤੇ ਲੱਕੜਾਂ ਨਾਲ ਇੱਕ ਪੱਕਾ ਵਾੜਾ ਬਣਾ ਕੇ ਉਸ ਵਿੱਚ ਫੌਜ ਲੈ ਕੇ ਬੈਠ ਗਿਆ ਸੀ। ਜਦ ਭੀਮ ਚੰਦ ਦੀ ਫੌਜ ਇਸ ਕਾਠਗੜ੍ਹ ਦੇ ਸਾਹਮਣੇ ਗਈ ਤਾਂ ਦੋਹੀਂ ਪਾਸਿਓਂ ਤੋਂ ਮਾਰੋ ਮਾਰ ਕਰਕੇ ਸ਼ਸਤਰ ਅਸਤਰ ਚੱਲਣ ਲੱਗ ਪਏ। ਯਥਾ ਤਿੰਨ ਕਠਗੜ ਨਵਰਸਪੁਰ ਬਾਧੋ, ਤੀਰ ਤੁਫੰਗ ਨਰੇਸਣ ਸਾਧੋ। ਪਰ ਰਾਜਾ ਕਿਰਪਾਲ ਚੰਦ ਨੇ ਕਾਠਗੜ੍ਹ ਵਿੱਚੋਂ ਤੀਰਾਂ ਬੰਦੂਕਾਂ ਦੀ ਬੁਛਾੜ ਕਰਕੇ ਇਹਨਾਂ ਨੂੰ ਪਿੱਛੇ ਹਟਾ ਦਿੱਤਾ। ਇੰਨੇ ਚਿਰ ਨੂੰ ਪਿੱਛੋਂ ਗੁਰੂ ਜੀ ਵੀ ਭੀਮ ਚੰਦ ਦੀ ਸਹਾਇਤਾ ਵਾਸਤੇ ਆਪਣੇ ਯੋਧੇ ਲੈ ਕੇ ਪਹੁੰਚ ਗਏ। ਗੁਰੂ ਜੀ ਦੇ ਯੋਧਿਆਂ ਨੇ ਕਾਠਗੜ੍ਹ ਦੇ ਸਾਹਮਣੇ ਹੋ ਕੇ ਹੱਲਾ ਬੋਲ ਦਿੱਤਾ। ਦੋਹਾਂ ਪਾਸਿਆਂ ਤੋਂ ਗੋਲੀਆਂ ਦੀ ਵਰਖਾ ਹੋਣ ਲੱਗੀ। ਅਨੇਕਾਂ ਸੂਰਮੇ ਲਹੂ ਲੁਹਾਨ ਹੋ ਗਏ। ਇਸ ਸਮੇਂ ਹਨੂਮਾਨ ਨੂੰ ਮੰਨ ਕੇ ਰਾਜਾ ਭੀਮ ਚੰਦ ਆਪ ਅੱਗੇ ਹੋ ਕੇ ਕ੍ਰੋਧ ਨਾਲ ਵੈਰੀਆਂ ਤੇ ਜਾ ਪਿਆ। ਗੁਰੂ ਜੀ ਇਸ ਦਾ ਵਰਣਨ ਇਉਂ ਕਰਦੇ ਨੇ। ਤਬੈ ਭੀਮ ਚੰਦ ਕੀਓ ਕੋਪ ਆਪ, ਹਨੂਮਾਨ ਕੇ ਮੰਤਰ ਕੋ ਮੁਖ ਜਾਪ। ਸਭੈ ਬੋਲ ਬੋਲੇ ਹਉਮੈ ਵੀ ਬੁਲਾਇਓ, ਤਬੈ ਢੋ ਕਹਿ ਕਹਿ ਸੋ ਨੀਕੇ ਸਦਾਇਓ। ਭੀਮ ਚੰਦ ਨੇ ਜਦ ਆਪ ਕਾਠਗੜ੍ਹ ਉੱਤੇ ਮਾਰੋ ਮਾਰ ਕਰਕੇ ਹੱਲਾ ਬੋਲ ਦਿੱਤਾ ਤਾਂ ਰਾਜਾ ਕਿਰਪਾਲ ਚੰਦ ਆਪਣੇ ਸਾਥੀ ਰਾਜਾ ਦਿਆਲ ਚੰਦ ਬਿਜੜਵਾਲੀਏ ਨਾਲ ਅਤੇ ਆਪਣੇ ਯੋਧਿਆਂ ਨਾਲ ਕਿਰਪਾਨਾਂ ਧੂ ਕੇ ਕਾਠਗੜ੍ਹ ਤੋਂ ਬਾਹਰ ਨਿਕਲ ਕੇ ਦੋ ਦੋ ਹੱਥ ਕਰਨ ਲੱਗਾ। ਬੜੇ ਜ਼ੋਰ ਨਾਲ ਦੋਹਾਂ ਪਾਸਿਆਂ ਤੋਂ ਸੂਰਮਿਆਂ ਦੀ ਕੱਟਾ ਵੱਢ ਹੋਈ। ਅਨੇਕਾਂ ਸੂਰਮੇ ਯੁੱਧ ਭੂਮੀ ਵਿੱਚ ਲੇਟ ਗਏ। ਇਸ ਸਖਤ ਮੁੱਠ ਭੇੜ ਵਿੱਚ ਕਿਰਪਾਲ ਚੰਦ ਦਾ ਹਿਮਾਇਤੀ ਰਾਜਾ ਦਿਆਲ ਚੰਦ ਸਤਿਗੁਰ ਜੀ ਦੇ ਹੱਥੋਂ ਬੰਦੂਕ ਦੀ ਗੋਲੀ ਖਾ ਕੇ ਬਿਰਛ ਦੀ ਟਾਹਣੀ ਵਾਂਗੂ ਘੋੜੇ ਤੋਂ ਡਿੱਗ ਕੇ ਦਮ ਤੋੜ ਗਿਆ। ਇਸ ਸੂਰਮੇ ਦੀ ਮੌਤ ਨਾਲ ਕਿਰਪਾਲ ਚੰਦ ਦੇ ਸੈਨਿਕਾਂ ਦੇ ਹੌਸਲੇ ਟੁੱਟੇ ਵੇਖ ਕੇ ਭੀਮ ਚੰਦ ਦੇ ਬੰਦੂਕਾਂ ਅਤੇ ਤੀਰਾਂ ਦੇ ਬਾਣਾਂ ਦੀ ਝੜੀ ਬੰਨ੍ਹ ਦਿੱਤੀ। ਪਰ ਜਦ ਕਿਰਪਾਲ ਚੰਦ ਅਤੇ ਅਲਫ ਖਾਂ ਅਜੇ ਵੀ ਯੁੱਧ ਭੂਮੀ ਵਿੱਚ ਖੜੇ ਹੋ ਕੇ ਲੜਦੇ ਗੁਰੂ ਜੀ ਨੂੰ ਵੇਖੇ ਤਾਂ ਆਪ ਜੀ ਨੇ ਬੰਦੂਕ ਛੱਡ ਕੇ ਤੀਰ ਕਮਾਨ ਫੜ ਕੇ 7 ਬਾਣ ਦੁਸ਼ਮਣਾਂ ਉੱਤੇ ਚਲਾਏ। ਇਹਨਾਂ ਬਾਣਾਂ ਨਾਲ ਅਨੇਕਾਂ ਸੂਰਮੇ ਧਰਤੀ ਉੱਤੇ ਡਿੱਗ ਪਏ ਅਤੇ ਧਰਤੀ ਲਹੂ ਨਾਲ ਰੰਗੀ ਗਈ। ਵੈਰੀ ਦਲ ਮੈਦਾਨ ਛੱਡ ਕੇ ਭੱਜ ਗਏ ਅਤੇ ਰਾਜਾ ਭੀਮ ਚੰਦ ਦੀ ਜੈ ਜੈਕਾਰ ਹੋ ਗਈ। ਰਾਤ ਦੇ ਹਨੇਰੇ ਵਿੱਚ ਅਲਫ ਖਾਂ ਆਪਣੀ ਜਾਨ ਬਚਾ ਕੇ ਭੱਜ ਗਿਆ। ਸਤਿਗੁਰ ਜੀ ਇਸ ਯੁੱਧ ਪਿੱਛੋਂ 8 ਦਿਨ ਨਦੀ ਦੇ ਕਿਨਾਰੇ ਨਦੌਣ ਸ਼ਹਿਰ ਟਿਕੇ ਰਹੇ। ਉਪਰੰਤ ਜਦ ਆਪ ਜੀ ਅਨੰਦਪੁਰ ਨੂੰ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਆਲਸੂ ਨਾਮ ਦੇ ਇੱਕ ਪਿੰਡ ਦੇ ਲੋਕਾਂ ਨੇ ਗੁਰੂ ਜੀ ਨੂੰ ਵੇਖ ਕੇ ਨਾ ਨਮਸਕਾਰ ਕੀਤੀ ਅਤੇ ਨਾ ਹੀ ਕੋਈ ਭੇਟਾ ਅਰਪਣ ਕੀਤੀ, ਸਗੋਂ ਵੇਖ ਕੇ ਹੱਸਦੇ ਅਤੇ ਸਿੰਘਾਂ ਨੂੰ ਟਿਚਕਰਾਂ ਕਰਦੇ ਰਹੇ। ਉਹਨਾਂ ਦੀ ਕੁਮਤੀ ਵੇਖ ਕੇ ਗੁਰੂ ਜੀ ਨੇ ਦੀਵਾਨ ਚੰਦ ਉਸ ਨੂੰ ਆਗਿਆ ਕੀਤੀ ਕਿ ਇਹਨਾਂ ਲੋਕਾਂ ਨੂੰ ਮੱਤ ਦੇਣ ਵਾਸਤੇ ਇਹਨਾਂ ਦੇ ਘਰ-ਬਾਰ ਲੁੱਟ ਲਵੋ। ਇਸ ਹੁਕਮ ਉਪਰੰਤ ਪਿੰਡ ਦੇ ਜਿਸ ਆਦਮੀ ਨੇ ਸਿੰਘਾਂ ਤੋਂ ਮਾਫੀ ਮੰਗ ਲਈ, ਉਸ ਨੂੰ ਛੱਡ ਕੇ ਬਾਕੀ ਸਭ ਦੇ ਘਰ-ਬਾਰ ਲੁੱਟ ਕੇ ਸਿੰਘ ਆਨੰਦਪੁਰ ਆ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।